ਦੋਸਤੋ ਤੁਸੀਂ ਅਮਰੀਕਾ ਆਏ ਹੋ ਵਿਜ਼ਿਟ ਵੀਜ਼ੇ ਤੇ, ਸਟੂਡੈਂਟ ਵੀਜ਼ੇ ਤੇ ਜਾਂ ਆਰਜ਼ੀ ਵਰਕ ਵੀਜ਼ੇ ਤੇ, ਔਰ ਇਸ ਦੌਰਾਨ ਤੁਹਾਨੂੰ ਕੋਈ ਮੁੰਡਾ ਪਸੰਦ ਆ ਜਾਂਦਾ ਜਾਂ ਕੋਈ ਕੁੜੀ ਪਸੰਦ ਆ ਜਾਂਦੀ ਹੈ, ਉਹ ਅਮਰੀਕਨ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ। ਕੀ ਤੁਸੀਂ ਉਹਦੇ ਨਾਲ ਲੀਗਲ ਸ਼ਾਦੀ ਕਰ ਸਕਦੇ ਹੋ? ਕਰ ਸਕਦੇ ਹੋ ਤੇ ਕਿਦੋਂ ਕਰ ਸਕਦੇ ਹੋ? ਔਰ ਸ਼ਾਦੀ ਤੋਂ ਬਾਅਦ ਤੁਹਾਨੂੰ ਕਿਹੜੇ ਡਾਕੂਮੈਂਟਸ ਚਾਹੀਦੇ ਨੇ, ਕਿਹੜੇ ਫਾਰਮ ਫਿਲ ਹੋਣੇ ਨੇ, ਔਰ ਉਸ ਤੋਂ ਬਾਅਦ ਜਨਾਬ ਤੁਹਾਡੇ ਇੰਟਰਵਿਊ ਦੇ ਵਿੱਚ ਕੀ ਸਵਾਲ ਹੋਣਗੇ, ਔਰ ਕਿੰਨੀ ਦੇਰ ਦਾ ਗ੍ਰੀਨ ਕਾਰਡ ਮਿਲੇਗਾ। ਇਹ ਸਾਰੀ ਡਿਟੇਲ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣੀ ਹੈ। ਪਲੀਜ਼ ਚੈਨਲ ਨੂੰ ਇਹਨੂੰ ਫਾਲੋ ਕਰ ਲਓ। ਮੇਰਾ ਪੰਜਾਬੀ ਚੈਨਲ ਹੈ, ਸਿਰਫ ਪੰਜਾਬੀ ਵੀਡੀਓ ਇੱਥੇ ਬਣਾਉਣਾ ਵਾ। ਉਹ ਉਰਦੂ ਹਿੰਦੀ ਵਾਲਾ ਦੂਸਰਾ ਚੈਨਲ ਹੈ। ਔਰ ਕੋਈ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ। ਅਨੇ ਆਪਣੇ ਮੌਜੂ ਵੱਲ। ਤੁਸੀਂ ਆ ਗਏ ਹੋ ਅਮਰੀਕਾ, ਹੁਣ ਤੁਹਾਨੂੰ ਕੋਈ ਪਸੰਦ ਆ ਗਿਆ ਹੈ, ਲੇਕਿਨ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਯਾਦ ਰੱਖੋ, ਜੇ ਤੁਸੀਂ 90 ਦਿਨ ਤੋਂ ਪਹਿਲੇ ਸ਼ਾਦੀ ਕਰਕੇ ਐਡਜਸਟਮੈਂਟ ਆਫ ਸਟੇਟਸ ਪਾ ਦਿੱਤਾ, ਯਾਨੀ ਜਮ੍ਹਾਂ ਕਰਾ ਦਿੱਤਾ, ਤੇ ਤੁਹਾਡਾ ਕੇਸ ਚਲਾ ਜਾਏਗਾ ਮਿਸ ਰਿਪਰੈਜ਼ੈਂਟੇਸ਼ਨ 'ਚ ਕਿ ਕਹਿ ਕੇ ਤੇ ਆਇਆ ਸੀ ਸੈਰ ਕਰਨ, ਕਹਿ ਕੇ ਤੇ ਆਇਆ ਸੀ ਆਰਜ਼ੀ ਵਰਕ ਤੇ, ਕਹਿ ਕੇ ਤੇ ਆਇਆ ਸੀ ਸਟੂਡੈਂਟ, ਤੇ ਇਹਨੇ ਤੇ ਆ ਕੇ ਤੇ ਸ਼ਾਦੀ ਕਰ ਲਈ। ਇਹਦਾ ਮਤਲਬ ਸ਼ਾਦੀ ਕਰਨ ਆਇਆ ਸੀ, ਤੇ ਉਹਦੇ ਤੇ ਤੁਹਾਡਾ ਕੇਸ ਤੇ ਖਾਰਜ ਹੋਣਾ ਹੀ ਹੋਣਾ ਹੈ। ਨਾਲ ਜਿਹੜਾ ਐਡੀ ਮੁਸ਼ਕਿਲ ਵੀਜ਼ਾ ਲਿਆ ਸੀ ਜੇ ਉਹ ਵੀ ਰਿਵੋਕ ਹੋ ਜਾਣਾ, ਤੇ ਬਾਹਰ ਵੀ ਲੱਗ ਸਕਦੀ ਹੈ ਕੋਈ 5-10 ਸਾਲ ਦੀ। ਇਸ ਵਾਸਤੇ 90 ਦਿਨ ਤੋਂ ਪਹਿਲੇ ਤਾਂ ਕਾਨੂੰਨ ਨਹੀਂ ਗਾ, 90 ਦਿਨ ਤੋਂ ਬਾਅਦ ਤੁਸੀਂ ਸ਼ਾਦੀ ਕਰ ਸਕਦੇ ਹੋ ਅਗਰ ਤੁਸੀਂ ਆਰਜ਼ੀ ਵੀਜ਼ੇ ਤੇ ਆਉਂਦੇ ਹੋ। ਹੁਣ ਤੁਸੀਂ ਸ਼ਾਦੀ ਕਰ ਲਈ। ਸ਼ਾਦੀ ਹੁਣ ਜਨਾਬੇ ਵਾਲਾ ਤੁਸੀਂ ਕਿਸ ਤਰ੍ਹਾਂ ਵੀ ਕਰ ਸਕਦੇ ਹੋ, ਕੋਰਟ 'ਚ ਵੀ ਕਰ ਸਕਦੇ ਹੋ, ਤੁਸੀਂ ਆਪਣੀ ਵੀ ਮਤਲਬ ਕੋਈ ਸਰਮਨੀ ਕਰ ਲਓ, ਦੋਸਤਾਂ ਨਾਲ ਜੋ ਵੀ ਤੁਸੀਂ ਕਰਨਾ ਚਾਹੁੰਦੇ ਤੁਸੀਂ ਕਰ ਲਓ। ਸ਼ਾਦੀ ਕਰਨ ਤੋਂ ਬਾਅਦ ਹੁਣ ਅਗਲਾ ਮਰਹਲਾ ਆ ਗਿਆ ਕਿ ਤੁਸੀਂ ਹੁਣ ਆਪਣੀ ਇਮੀਗ੍ਰੇਸ਼ਨ ਅਪਲਾਈ ਕਰਨੀ, ਯਾਨੀ ਕਿ ਆਪਣਾ ਗ੍ਰੀਨ ਕਾਰਡ ਅਪਲਾਈ ਕਰਨਾ ਹੈ। ਇਹਦੇ ਵਾਸਤੇ ਤੁਹਾਨੂੰ ਚਾਹੀਦੇ ਨੇ 5 ਫਾਰਮ। 5 ਫਾਰਮ ਹੁਣ ਮੈਂ ਤੁਹਾਨੂੰ ਦੱਸਣ ਲੱਗਾ। ਪਹਿਲਾ ਫਾਰਮ ਹੈ I-130, ਜਿਹੜਾ ਉਸ ਮੁੰਡੇ ਜਾਂ ਕੁੜੀ ਵੱਲੋਂ ਜਿਹਦੇ ਨਾਲ ਤੁਸੀਂ ਸ਼ਾਦੀ ਕੀਤੀ ਹੈ। ਦੂਸਰਾ ਫਾਰਮ ਹੈ I-485, ਐਡਜਸਟਮੈਂਟ ਆਫ ਸਟੇਟਸ, ਜਿਹੜਾ ਤੁਹਾਡੇ ਲੋਕ ਹੈ ਵੀ ਮੇਰਾ ਐਡਜਸਟਮੈਂਟ ਕੀਤੀ ਜਾਏ ਸਟੇਟਸ ਦੀ। ਤੀਸਰਾ ਫਾਰਮ ਹੈ I-765, ਵਰਕ ਪਰਮਿਟ, ਤਾਂ ਕਿ ਤੁਹਾਨੂੰ ਵਰਕ ਪਰਮਿਟ ਮਿਲੇ, ਤੁਸੀਂ ਕੰਮ ਤੇ ਸ਼ੁਰੂ ਕਰੋ, ਉਹ ਪਹਿਲੇ ਆਏਗਾ। ਚੌਥਾ ਫਾਰਮ ਹੈ I-131, ਇਹ ਟਰੈਵਲ ਡਾਕੂਮੈਂਟ ਹੈ ਕਿ ਤੁਸੀਂ ਅਗਰ ਗ੍ਰੀਨ ਕਾਰਡ ਆਉਣ ਤੋਂ ਪਹਿਲੇ ਟਰੈਵਲ ਕਰਨਾ ਚਾਹੁੰਦੇ ਹੋ ਮੁਲਕੋਂ ਬਾਹਰ, ਤੁਸੀਂ ਕਰ ਸਕਦੇ ਹੋ। ਪੰਜਵਾਂ I-864, ਐਫੀਡੇਵਿਟ ਆਫ ਸਪੋਰਟ, ਜਿਹਦੇ ਨਾਲ ਸ਼ਾਦੀ ਕੀਤੀ ਹੈ ਉਹ ਦੇਗਾ ਐਫੀਡੇਵਿਟ ਆਫ ਸਪੋਰਟ। ਅਗਰ ਉਹ ਨਹੀਂ ਦੇ ਸਕੇਗਾ ਤਾਂ ਫਿਰ ਉਹ ਕੋ ਸਪਾਂਸਰ ਲੱਭੇਗਾ। ਤੇ ਛੇਵੀਂ ਬੜੀ ਇੰਪੋਰਟੈਂਟ ਚੀਜ਼ ਹੈ, ਉਹ ਹੋ ਗਈ ਹੈ ਮੈਡੀਕਲ। ਤੁਸੀਂ ਆਪਣਾ ਮੈਡੀਕਲ ਕਰਵਾ ਕੇ ਦੇਣਾ ਹੈ, ਜਿਹਨੂੰ USCIS ਨੇ ਆਥੋਰਾਈਜ਼ਡ ਕੀਤਾ ਹੈ। ਹਰ ਸ਼ਹਿਰ 'ਚ ਬੇਤਾਸ਼ਾ ਗਏ ਨੇ। ਕੋਸ਼ਿਸ਼ ਕਰੋ ਕੋਈ ਦੇਸੀ ਮਿਲ ਜੇ, ਉਹਦੇ ਨਾਲ ਜਾ ਕੇ ਰਿਕੁਐਸਟ ਕਰ ਲਓ ਕਿ ਸਰ ਮੈਂ ਨਵਾਂ ਆਈ ਹਾਂ ਜਾਂ ਨਵਾਂ ਆਇਆ ਵਾਂ, ਤੇ ਪਲੀਜ਼ ਕੋਈ ਰੇਟ ਘੱਟ ਕਰ ਦਿਓ, ਕਿਉਂਕਿ ਤੁਸੀਂ ਨੈਗੋਸ਼ੀਏਟ ਕਰਨਾ ਹੈ, ਦੇਖਣਾ ਹੈ ਕਿੱਥੋਂ ਤੁਹਾਨੂੰ ਸਸਤਾ ਮਿਲਦਾ, ਉੱਥੋਂ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾ ਲੈਣਾ। ਇਹ ਸਾਰੀਆਂ ਚੀਜ਼ਾਂ ਤੁਸੀਂ ਜਮ੍ਹਾਂ ਕਰ ਲਈਆਂ। ਹੁਣ ਆ ਗਿਆ ਡਾਕੂਮੈਂਟਸ ਨਾਲ ਲਾਉਣ ਦਾ ਟਾਈਮ। ਡਾਕੂਮੈਂਟ 'ਚ ਸਭ ਤੋਂ ਪਹਿਲੇ ਤਾਂ ਤੁਹਾਡਾ ਲੱਗਣਾ ਹੈ ਮੈਰਿਜ ਸਰਟੀਫਿਕੇਟ। ਉਸ ਤੋਂ ਬਾਅਦ ਤਸਵੀਰਾਂ, ਜਿੱਥੇ ਵੀ ਤੁਸੀਂ ਸ਼ਾਦੀ ਕੀਤੀ, ਕੋਰਟ 'ਚ ਕੀਤੀ ਹੈ ਤੇ ਭਾਵੇਂ ਜਨਰਲ ਸ਼ਾਦੀ ਜਿੱਥੇ ਵੀ ਕੀਤੀ, ਉਹ ਤਸਵੀਰਾਂ ਚਾਹੀਦੀਆਂ ਨੇ। ਤੀਸਰੀ ਚੀਜ਼ ਆ ਗਈ ਹੈ ਤੁਹਾਡੇ ਇਕੱਠੇ ਰਹਿਣ ਦਾ ਸਬੂਤ। ਅਗਰ ਲੀਜ਼ ਹੈ ਤੇ ਉਹਦੇ ਵਿੱਚ ਤੁਹਾਡਾ ਨਾਂ ਹੋਣਾ ਚਾਹੀਦਾ ਹੈ। ਅਗਰ ਉਹਦੇ 'ਚ ਉਹ ਹੈ ਆਪਣਾ ਮੁਰਗੀਜ ਹੈ ਤੇ ਮੁਰਗੀਜ ਤੁਹਾਡਾ ਨਾਂ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਆ ਗਈ ਬੈਂਕ ਅਕਾਊਂਟ। ਬੈਂਕ ਅਕਾਊਂਟ ਜੁਆਇੰਟ ਹੋਣਾ ਚਾਹੀਦਾ, ਉਹ 'ਚ ਟ੍ਰਾਂਜੈਕਸ਼ਨਾਂ ਵੀ ਹੁੰਦੀਆਂ ਹੋਣ। ਕੋਈ ਤੁਹਾਡੇ ਅਕਾਊਂਟ 'ਚ ਅਗਰ ਤੁਸੀਂ ਕੰਮ ਨਹੀਂ ਵੀ ਕਰ ਸਕਦੇ ਤਾਂ ਦੂਜਾ ਪਾਰਟਨਰ ਕੋਈ ਪੈਸੇ ਪਾਉਂਦਾ ਹੋਵੇ, ਕੁਛ ਹੁੰਦਾ ਹੋਵੇ, ਪਤਾ ਲੱਗੇ ਕਿ ਵੀ ਇਹ ਕੰਮ ਚੱਲ ਰਿਹਾ। ਅਗਰ ਉਸ ਤਰ੍ਹਾਂ ਟੈਕਸ ਰਿਟਰਨ ਦਾ ਟਾਈਮ ਆ ਗਿਆ ਤਾਂ ਟੈਕਸ ਵੀ ਇਕੱਠਾ ਜਮ੍ਹਾਂ ਕਰਾਇਆ ਹੋਵੇ। ਤੁਹਾਡੀ ਕੋਈ ਇਨਕਮ ਨਹੀਂ ਹੋਣੀ, ਲੇਕਿਨ ਨਾਂ ਵਿੱਚ ਹੋਣਾ ਚਾਹੀਦਾ ਅਗਰ ਉਸ ਟਾਈਮ ਟੈਕਸ ਦਾ ਟਾਈਮ ਆ ਗਿਆ। ਅਗਰ ਐਡਜਸਟਮੈਂਟ ਆਫ ਸਟੇਟਸ ਹੋਣ ਤੋਂ ਪਹਿਲੇ ਅਗਰ ਤੁਸੀਂ ਲੜਕੀ ਹੋ ਜਾਂ ਤੁਹਾਡੇ ਪਾਰਟਨਰ ਲੜਕੀ ਹੈ ਤੇ ਤੁਹਾਡੀ ਅਗੋ ਪ੍ਰੈਗਨੈਂਟ ਹੋ ਗਈ ਹੈ, ਤੇ ਫਿਰ ਉਹਦੀ ਰਿਪੋਰਟ ਵੀ ਨਾਲ ਹੋਣੀ ਚਾਹੀਏ। ਉਹ ਤਾਂ ਫਿਰ ਸੋਨੇ ਤੇ ਸੁਹਾਗਾ ਹੋ ਜਾਣਾ, ਤੇ ਫਿਰ ਬਹੁਤ ਹੀ ਮਜ਼ਬੂਤ ਕੇਸ ਬਣ ਜਾਂਦਾ ਜੇ ਬੱਚਾ ਹੋਈਏ ਤੇ। ਉਸ ਤੋਂ ਬਾਅਦ ਜਨਾਬ ਤੁਸੀਂ ਹਨੀਮੂਨ ਤੇ ਗਏ ਹੋ, ਤੁਸੀਂ ਕਿਧਰੇ ਸੈਰ ਕਰਨ ਜਾਂਦੇ ਹੋ, ਜੋ ਵੀ ਤੁਸੀਂ ਕੀਤਾ ਇਕੱਠੇ, ਉਹ ਸਾਰੀਆਂ ਤਸਵੀਰਾਂ, ਰਸੀਦਾਂ, ਕਾਗਜ਼, ਟਰੈਵਲ, ਉਹ ਤੁਸੀਂ ਨਾਲ ਲਾਣਾ। ਨਾਲ ਲਾਣਾ ਕਿ ਤੁਸੀਂ ਮਿਲੇ ਕਿਸ ਨਾਲ ਸੋ, ਤੁਹਾਡੀ ਸ਼ਾਦੀ ਤੋਂ ਪਹਿਲੇ ਜਿਹੜੀ ਗੁਫ਼ਤਗੂ ਆਈਆਂ ਨੇ ਉਹ ਵੀ ਨਾਲ ਲਾਣੀਆਂ ਨੇ। ਇਸ ਤੋਂ ਇਲਾਵਾ 2 ਐਫੀਡੇਵਿਟ ਲਿਖਵਾ ਲਓ ਉਹ ਲੋਕਾਂ ਕੋਲੋਂ ਜਿਹੜੇ ਤੁਹਾਨੂੰ ਜਾਣਦੇ ਨੇ, ਤੁਹਾਡੇ ਮਹੱਲੇਦਾਰ ਹੋ ਸਕਦੇ ਨੇ, ਅਪਾਰਟਮੈਂਟ ਕੰਪਲੈਕਸ 'ਚ ਰਹਿ ਸਕਦੇ ਨੇ, ਤੁਹਾਡੇ ਰਿਸ਼ਤੇਦਾਰ ਹੋ ਸਕਦੇ ਨੇ, ਜਿੱਥੇ ਕੰਮ ਕਰਦੇ ਉਹਨਾਂ ਕੋਲੋਂ ਲਿਖਵਾ ਲਓ। ਆਪਣੇ ਤੁਹਾਡੇ ਜਿਹੜੇ ਸਬ ਡਿਵੀਜ਼ਨ ਉਹਦੇ 'ਚੋਂ ਕਿਸੇ ਕੋਲ ਲਿਖਵਾ ਲਓ 2 ਲੈਟਰ ਵੀ ਅਸੀਂ ਇਹਨਾਂ ਨੂੰ ਜਾਣਦੇ ਹਾਂ, ਦੋਵੇਂ ਮੀਆਂ ਬੀਵੀ ਨੇ, ਐਜ਼ ਏ ਮੀਆਂ ਬੀਵੀ ਇਕੱਠੇ ਰਹਿ ਰਹੇ ਨੇ ਜਾਂ ਇਹਨਾਂ ਦੀ ਸ਼ਾਦੀ 'ਤੇ ਅਸੀਂ ਸ਼ਿਰਕਤ ਕੀਤੀ। ਇਹ ਸਾਰੇ ਡਾਕੂਮੈਂਟ ਲਾ ਕੇ ਤੁਸੀਂ ਕਿੱਥੇ ਜਮ੍ਹਾਂ ਕਰਾਣੇ ਨੇ? ਆਨਲਾਈਨ USCIS। ਆਪਣੀ ਸਟੇਟ ਦੇ ਹਿਸਾਬ ਨਾਲ, ਹਰ ਸਟੇਟ ਦੇ ਮੁਖਤਲਿਫ ਹੁੰਦੇ ਨੇ, ਉੱਥੇ ਤੁਸੀਂ ਆਨਲਾਈਨ ਕਰਾਣੇ ਨੇ। ਆਨਲਾਈਨ ਅਕਾਊਂਟ ਬਣਾਓ, ਉੱਥੇ ਜਾ ਕੇ ਸਾਰੇ ਡਾਕੂਮੈਂਟ ਜਮ੍ਹਾਂ ਕਰਾਓ, ਨਾਲ ਫੀਸਾਂ ਜਮ੍ਹਾਂ ਕਰਾਓ, ਡਾਕੂਮੈਂਟ ਚਲੇ ਗਏ। ਹੁਣ ਕੁਛ ਅਰਸੇ ਬਾਅਦ, ਟਾਈਮ ਨਾ ਪੁੱਛਣਾ, ਟਾਈਮ ਹੁਣ ਬੜੇ ਜ਼ਿਆਦਾ ਲੱਗਦੇ ਨੇ, ਟਾਈਮ ਚੇਂਜ ਹੋ ਚੁੱਕੇ ਨੇ। ਪਹਿਲੇ ਸਾਨੂੰ ਪਤਾ ਹੁੰਦਾ ਸੀ ਕਿੰਨਾ ਟਾਈਮ 'ਚ ਸਾਰਾ ਕੰਮ ਹੋਣਾ, ਹੁਣ ਸਾਨੂੰ ਕੁਛ ਪਤਾ ਨਹੀਂ, ਕਿਉਂਕਿ ਐਕਸਟਰਾ ਵੈਟਿੰਗ ਹੋ ਰਹੀ ਨਾ। ਐਕਸਟਰਾ ਸਾਰੇ ਸਵਾਲ ਹੁਣ ਅੱਗੇ ਆ ਕੇ ਦੱਸਾਂਗਾ ਹੁਣ ਐਕਸਟਰਾ ਵੈਟਿੰਗ ਤੁਹਾਡੀ ਕੀ ਹੋਣੀ ਹੈ। ਅੱਛਾ ਜੀ, ਹੁਣ ਤੁਹਾਨੂੰ ਪਹਿਲੇ ਸਭ ਤੋਂ ਆਏਗਾ ਫਿੰਗਰਪ੍ਰਿੰਟਸ। ਤੁਸੀਂ ਫਿੰਗਰਪ੍ਰਿੰਟਸ ਦੇਣ ਜਾਓਗੇ, ਜਿਹੜਾ ਬੈਨੀਫੀਸ਼ੀਅਰੀ ਉਹ ਦੇਗਾ, ਦੂਸਰੇ ਪਾਰਟਨਰ ਨੇ ਨਹੀਂ ਦੇਣੇ। ਫਿੰਗਰਪ੍ਰਿੰਟਸ ਤੋਂ ਬਾਅਦ ਥੋੜੇ ਅਰਸੇ ਬਾਅਦ ਤੁਹਾਨੂੰ ਆ ਜਾਏਗਾ ਵਰਕ ਪਰਮਿਟ, ਔਰ ਨਾਲ ਆ ਜਾਏਗਾ ਟਰੈਵਲ ਡਾਕੂਮੈਂਟ। ਉਹਦੇ ਤੇ ਜਨਾਬ ਤੁਸੀਂ ਸਫ਼ਰ ਵੀ ਕਰ ਸਕਦੇ ਹੋ, ਔਰ ਨਾਲ ਤੁਹਾਨੂੰ ਵਰਕ ਪਰਮਿਟ ਮਿਲ ਜਾਏ। ਮੇਰਾ ਮਸ਼ਵਰਾ ਹੈ ਟਰੈਵਲ ਡਾਕੂਮੈਂਟ ਤੇ ਟਰੈਵਲ ਨਾ ਕਰਨਾ, ਕੋਈ ਕਾਲੀ ਨਾ ਕਰਨਾ, ਗ੍ਰੀਨ ਕਾਰਡ ਦਾ ਇੰਤਜ਼ਾਰ ਕਰੋ। ਆ ਗਿਆ ਜਨਾਬ ਵਰਕ ਪਰਮਿਟ, ਕੰਮ ਸ਼ੁਰੂ ਕਰੋ, ਸਕੂਨ ਹੋ ਗਿਆ। ਹੁਣ ਆਣਾ ਤੀਸਰਾ ਮਰਹਲਾ, ਔਰ ਤੀਸਰਾ ਮਰਹਲਾ ਹੈਗਾ ਇੰਟਰਵਿਊ ਦਾ। ਇੰਟਰਵਿਊ ਯਾਦ ਰੱਖੋ ਤੁਹਾਡੇ ਦੋਵਾਂ ਦਾ ਹੋਣਾ।
ਪਟੀਸ਼ਨਰ ਦਾ ਵੀ ਤੇ ਬੈਨੀਫੀਸ਼ਰੀ ਦਾ ਵੀ। ਇੱਥੇ ਇੱਕ ਦਾ ਨਹੀਂ ਹੁੰਦਾ, ਇੱਥੇ ਦੋਵਾਂ ਦਾ ਹੁੰਦਾ। ਜਦੋਂ ਤੁਸੀਂ ਅਮਰੀਕਾ ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਕਰ ਰਹੇ ਹੋ, ਉਹਦੇ 'ਚ ਤੁਸੀਂ ਜਾਣਾ। ਹੁਣ ਉਹਦੇ ਵੀ 2-3 ਸੂਰਤਾਂ ਨੇ, ਯਾਦ ਰੱਖਾ। ਕੁਛ ਵੀ ਤੁਹਾਡੇ ਨਾਲ ਹੋ ਸਕਦਾ। ਮੈਂ ਤੇ ਉਹ ਦੱਸਣਾ ਤੁਹਾਨੂੰ ਜੋ ਮੈਨੂੰ ਇਨਫੋਰਮੇਸ਼ਨ ਮਿਲਦੀ, ਜੋ ਮੇਰਾ ਤਜਰਬਾ ਹੈ, ਜੋ ਮੈਨੂੰ ਲੋਕ ਦੱਸਦੇ ਨੇ। ਮੈਂ ਕੋਈ ਵੀਜ਼ਾ ਅਫਸਰ ਤੇ ਨਹੀਂ ਹੈਗਾ ਨਾ। ਉਹਦੇ 'ਚ ਪਹਿਲਾ ਤਰੀਕਾ ਕਰ ਰਿਹਾ ਹੈ ਕਿ ਅਗਰ ਤੁਸੀਂ ਦੋਵੇਂ ਮੀਆਂ ਬੀਵੀ ਇੱਕੋ ਮੁਲਕ ਦੇ ਹੋ, ਇੱਕੋ ਤੁਹਾਡੀ ਜ਼ਬਾਨ ਹੈ, ਇੱਕੋ ਤੁਹਾਡਾ ਮਜ਼ਹਬ ਹੈ, ਭਾਵੇਂ ਮਜ਼ਹਬ ਡਿਫਰੈਂਟ ਹੋਵੇ, ਜ਼ਬਾਨ, ਉਮਰ, ਹਰ ਚੀਜ਼ ਇੱਕੋ ਜਿਹੀ ਹੋਵੇ, ਤੇ ਤੁਹਾਨੂੰ ਜਨਾਬੇ ਵਾਲਾ ਉਹ ਦੋਵਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਉਹ ਸਵਾਲ ਕਰਨਗੇ, ਜਨਰਲ ਸਵਾਲ ਹੋਣਗੇ, ਔਰ ਜਨਾਬ ਤੁਹਾਨੂੰ ਗ੍ਰੀਨ ਕਾਰਡ ਤੁਹਾਡਾ ਹੋ ਜਾਏਗਾ। ਅਗਰ ਤੁਸੀਂ ਦੋਵੇਂ ਮੀਆਂ ਬੀਵੀ ਇੱਕੋ ਮੁਲਕ ਦੇ ਨਹੀਂ, ਮੁਖਤਲਿਫ ਮੁਲਕਾਂ ਦੇ ਹੋ, ਜ਼ਬਾਨ ਵੀ ਮੁਖਤਲਿਫ ਹੈ, ਮਜ਼ਹਬ ਵੀ ਮੁਖਤਲਿਫ ਹੈ, ਫਿਰ ਤੁਹਾਡਾ ਅਲੱਗ-ਅਲੱਗ ਇੰਟਰਵਿਊ ਹੋਏਗਾ। ਔਰ ਉਹਦੇ ਵਿੱਚ ਇੱਕ ਚੌਥੀ ਚੀਜ਼ ਵੀ ਬੜੀ ਇੰਪੋਰਟੈਂਟ ਹੈ ਕਿ ਤੁਹਾਡੀ ਏਜ ਵਿੱਚ ਵੀ ਡਿਫਰੈਂਸ ਹੋਵੇ। ਉਹਦੇ 'ਚ ਕੀ ਕਰ ਸਕਦਾ, ਉਹ ਦੋਵਾਂ ਦਾ ਇਕੱਠਾ ਵੀ ਕਰ ਸਕਦਾ ਹੈ, ਲੇਕਿਨ ਇਹਦੇ 'ਚ ਆ ਜਾਂਦਾ ਸ਼ੱਕ ਦੀ ਬੁਨਿਆਦ ਦੇ ਉੱਤੇ ਕਿ ਬੋਨਾਫਾਈਡ ਮੈਰਿਜ ਹੈ, ਉਹ ਤੁਹਾਡਾ ਅਲੱਗ-ਅਲੱਗ ਇੰਟਰਵਿਊ ਕਰ ਸਕਦਾ। ਅਲੱਗ ਇੰਟਰਵਿਊ ਕੀ ਹੋਏਗਾ ਕਿ ਪਹਿਲੇ ਉਹਦਾ ਹੋਏਗਾ ਜਿਹਨੇ ਪਟੀਸ਼ਨ ਦਾਇਰ ਕੀਤੀ, ਬੈਨੀਫੀਸ਼ਰੀ ਦਾ ਬਾਅਦ ਚੋਂ। ਪਹਿਲੇ ਉਹਦੇ ਕੋਲ ਸਵਾਲ ਕਰਨਗੇ। ਹੁਣ ਉਹ ਸਵਾਲ ਕਿਹੜੇ ਨੇ? ਉਹ ਸਵਾਲ ਨੇ ਕਿ ਜੇ ਤੁਸੀਂ ਮੀਆਂ ਬੀਵੀ ਹੋ ਤੇ ਤੁਸੀਂ ਉਹਦੇ ਜਵਾਬ ਦੇ ਸਕਦੇ ਹੋ। ਘਰ ਤੁਹਾਡਾ ਕਿੱਥੇ ਵੇ, ਐਡਰੈਸ ਕੀ ਹੈ, ਜਿਹਨਾਂ ਸ਼ਾਦੀ ਕੀਤਾ, ਕੰਮ ਕਿੱਥੇ ਕਰਦਾ ਹੈ ਜਾਂ ਕਰਦੀ ਹੈ, ਗੱਡੀ ਦਾ ਇੰਸ਼ੋਰੈਂਸ ਕਿਹੜੀ ਹੈ, ਗੱਡੀ ਦਾ ਕਲਰ ਕਿਹੜਾ, ਮਾਡਲ ਕਿਹੜਾ ਹੈ, ਡੇਟ ਆਫ ਬਰਥ ਕਿੰਨੀ, ਕਿੰਨੇ ਭੈਣ ਭਰਾ ਨੇ, ਹਰ ਚੀਜ਼ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ। ਘਰ 'ਚ ਤੁਸੀਂ ਦਾਖਲ ਹੁੰਦੇ ਹੋ ਤਾਂ ਪਹਿਲੇ ਕੀ ਚੀਜ਼ ਆਉਂਦੀ ਹੈ, ਕਿੰਨੇ ਬੈਡਰੂਮ ਨੇ, ਬੈੱਡ ਸ਼ੀਟ ਕਿਹੜੀ ਹੈ, ਆਖਰੀ ਦਫਾ ਖਾਣਾ ਖਾਣ ਕਿੱਥੇ ਗਏ ਸੋ, ਅੱਜ ਸਵੇਰ ਨਾਸ਼ਤਾ ਕਿੱਥੇ ਕੀਤਾ ਸੀ, ਡੇਟ ਤੇ ਕਿੱਥੇ ਗਏ ਸੋ ਪਹਿਲੀ ਦਫਾ। ਇਹ ਸਾਰੇ ਸਵਾਲ, ਔਰ ਕੁਝ ਐਸੇ ਸਵਾਲ ਜਿਹੜੇ ਦੋਸਤਾਂ ਨੇ ਦੱਸੇ ਨੇ ਕਿ ਜਿਹੜੇ ਮੈਂ ਇੱਥੇ ਨਹੀਂ ਦੱਸ ਸਕਦਾ, ਲੇਕਿਨ ਉਹ ਮੀਆਂ ਬੀਵੀ ਨੂੰ ਹੀ ਪਤਾ ਹੁੰਦੇ ਨੇ ਉਹਦੇ ਜਵਾਬ। ਉਹ ਵੀ ਤੁਹਾਡੇ ਕੋਲ ਪੁੱਛਣਗੇ ਤਾਂ ਕਿ ਉਹਨਾਂ ਨੇ ਹਰ ਚੀਜ਼ ਚੈੱਕ ਕਰਨੀ ਕਿ ਫਰਾਡ ਤੇ ਨਹੀਂ। ਇਹ ਉਸ ਸੂਰਤ 'ਚ ਜਦੋਂ ਉਮਰ ਦਾ ਬਹੁਤ ਫਰਕ ਹੋਵੇ, ਨਾਲ ਤੁਹਾਡਾ ਜਨਾਬ ਮਜ਼ਹਬ ਦਾ ਫਰਕ ਹੋਵੇ, ਜ਼ਬਾਨ ਦਾ ਫਰਕ ਹੋਵੇ, ਮੁਲਕ ਦਾ ਫਰਕ ਹੋਵੇ, ਫਿਰ ਆ ਜਾਂਦੀ ਹੈ ਸ਼ੱਕ ਦੀ ਸੇ। ਇਹ ਤੁਹਾਡਾ ਇੰਟਰਵਿਊ ਹੋਣਾ ਹੈ। ਅਗਰ ਤੁਸੀਂ ਇਹ ਸਾਰਾ ਇੰਟਰਵਿਊ ਪਾਸ ਕਰ ਲਿਆ, ਉਸੇ ਵੇਲੇ ਰਿਜ਼ਲਟ ਨਹੀਂ ਦਿੰਦੇ, ਉਹ ਤੁਹਾਨੂੰ ਕਹਿਣਗੇ ਓਕੇ ਜਾਓ। ਤੁਹਾਨੂੰ ਉਹਦੇ ਜੈਸਚਰ ਤੋਂ ਵੀ ਪਤਾ ਲੱਗ ਜਾਏਗਾ ਕਿ ਤੁਹਾਡਾ ਇੰਟਰਵਿਊ ਸਹੀ ਹੋ ਗਿਆ। ਉਹ ਡਾਕੂਮੈਂਟ ਜਿਹੜੇ ਰੱਖਣੇ ਹੋਣਗੇ ਰੱਖ ਲੈਣਗੇ, ਔਰ ਤੁਸੀਂ ਘਰ ਆ ਜਾਓਗੇ। ਫਿਰ ਤੁਹਾਨੂੰ ਲੈਟਰ ਆਏਗਾ ਕਿ ਹਾਂਜੀ ਜਨਾਬ ਤੁਹਾਡਾ ਗ੍ਰੀਨ ਕਾਰਡ ਅਪਰੂਵ ਹੋ ਗਿਆ, ਗ੍ਰੀਨ ਕਾਰਡ ਆ ਜਾਏਗਾ। ਹੁਣ ਆ ਗਈ ਜੀ ਅਗਲੀ ਗੱਲ। ਗ੍ਰੀਨ ਕਾਰਡ ਮਿਲਣਾ ਤੁਹਾਨੂੰ 2 ਸਾਲ ਦਾ, ਕਿਉਂਕਿ ਅਗਰ ਤੁਹਾਡੀ ਸ਼ਾਦੀ 2 ਸਾਲ ਤੋਂ ਪਹਿਲੇ ਤੁਸੀਂ ਕਰ ਲਈ, ਜਮ੍ਹਾਂ ਕਰਾਉਣ ਤੋਂ ਪਹਿਲੇ 2 ਸਾਲ, ਇਹ 2 ਸਾਲ ਪੂਰੇ ਨਹੀਂ ਹੋਏ, ਤੇ 2 ਸਾਲ ਦਾ ਗ੍ਰੀਨ ਕਾਰਡ ਮਿਲੇਗਾ। ਉਹਨੂੰ ਕਹਿੰਦੇ ਨੇ ਕੰਡੀਸ਼ਨਲ ਗ੍ਰੀਨ ਕਾਰਡ। ਉਹ 2 ਸਾਲ ਦੇ ਕੰਡੀਸ਼ਨਲ ਗ੍ਰੀਨ ਕਾਰਡ ਨੂੰ 2 ਸਾਲ ਪੂਰੇ ਹੋਣ ਤੋਂ ਬਾਅਦ ਤੁਸੀਂ ਉਹਦਾ ਵੇਵਰ ਅਪਲਾਈ ਕਰੋਗੇ ਵੀ ਮੈਨੂੰ 10 ਸਾਲ ਦਾ ਗ੍ਰੀਨ ਕਾਰਡ ਦਿੱਤਾ ਜਾਏ। ਹੁਣ ਯਾਦ ਰੱਖੋ, ਉਹ 2 ਸਾਲ ਤੁਹਾਡੀ ਹਰ ਚੀਜ਼ ਇਕੱਠੀ ਹੋਣੀ ਚਾਹੀਦੀ, ਟੈਕਸ ਇਕੱਠੇ ਹੋਣੇ ਚਾਹੀਦੇ, ਰੈਸ਼ ਇਕੱਠੀ ਹੋਣੀ ਚਾਹੀਦੀ। ਜਦੋਂ ਪਹਿਲੇ ਡਾਕੂਮੈਂਟ ਦਿੱਤੇ ਸੀ, ਬੱਚਾ ਹੋ ਗਿਆ ਤੇ ਫਿਰ ਤੇ ਬਹੁਤ ਅੱਛਾ, ਹਨੀਮੂਨ ਮਨਾਉਣ। ਯਾਨੀ ਕਿ ਇੱਕ ਪ੍ਰੋਪਰ ਮੀਆਂ ਬੀਵੀ ਦੇ ਡਾਕੂਮੈਂਟਸ ਹੋਣ, ਉਹ 'ਚ ਇੰਟਰਵਿਊ ਦੇ ਚਾਂਸ ਘੱਟ ਹੁੰਦੇ ਨੇ। ਉਹ ਡਾਕੂਮੈਂਟਸ ਦੇ ਉੱਤੇ ਹੀ ਤੁਹਾਨੂੰ ਵੇਵਰ ਦੇ ਦਿੰਦੇ ਨੇ, ਕਿਉਂਕਿ ਸਾਰਾ ਕੁਝ ਚੈੱਕ ਕਰ ਲੈਂਦੇ ਨੇ। ਹਰ ਚੀਜ਼ ਅਮਰੀਕਾ 'ਚ ਹੋਈ ਹੁੰਦੀ, ਹਰ ਚੀਜ਼ ਵੈਰੀਫਾਈ ਹੋ ਜਾਂਦੀ ਹੈ। ਉਹ ਤੁਹਾਨੂੰ ਜਨਾਬ 10 ਸਾਲ ਦਾ ਗ੍ਰੀਨ ਕਾਰਡ ਮਿਲ ਜਾਏਗਾ। ਉਹਦੇ 'ਚ ਹੁਣ ਅੱਜ ਕੱਲ੍ਹ ਇੱਕ ਹੋਰ ਨਵੀਂ ਸੂਰਤ ਯਾਦ ਰੱਖੋ, ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਰਹੇ ਨੇ। ਤੁਸੀਂ ਇੱਧਰੋਂ ਵੇਵਰ ਅਪਲਾਈ ਕਰਦੇ ਹੋ, ਉਹ ਹੁਣ ਤਾਂ ਟਾਈਮ ਬੜਾ ਲੱਗ ਰਿਹਾ, ਤੇ ਉਹ ਤੁਹਾਨੂੰ ਕੀ ਕਰਦੇ ਨੇ, ਐਕਸਟੈਂਸ਼ਨ ਦੇ ਦਿੰਦੇ ਨੇ। ਕਦੀ 1 ਸਾਲ ਦੀ, 2 ਸਾਲ ਦੀ, 3 ਸਾਲ ਦੀ, ਹਰ ਵਾਰੀ ਨਹੀਂ ਹੁੰਦਾ, ਲੇਕਿਨ ਅਕਸਰ ਕੇਸਾਂ 'ਚ ਹੁਣ ਮੇਰੇ ਕੋਲ ਆ ਰਹੇ ਨੇ ਇਹ ਹੀ ਹੁੰਦਾ। ਐਕਸਟੈਂਸ਼ਨ ਮਿਲ ਗਈ ਤੁਹਾਨੂੰ, ਲੇਕਿਨ ਹੁਣ ਇੱਕ ਮਸਲਾ ਹੈ, ਤੁਸੀਂ ਕੀਤੀ ਅਮਰੀਕਨ ਸਿਟੀਜ਼ਨ ਨਾਲ ਸ਼ਾਦੀ, ਤੁਹਾਨੂੰ 3 ਸਾਲ ਬਾਅਦ ਸਿਟੀਜ਼ਨਸ਼ਿਪ ਮਿਲਣੀ ਹੈ। 2 ਸਾਲ ਤੁਹਾਡੇ ਹੋ ਚੁੱਕੇ ਨੇ, ਹੁਣ ਤੁਹਾਨੂੰ ਉਹ 10 ਸਾਲ ਦਾ ਗ੍ਰੀਨ ਕਾਰਡ ਹੀ ਨਹੀਂ ਆਇਆ, ਤੇ ਤੁਹਾਡੇ 3 ਸਾਲ ਪੂਰੇ ਹੋ ਗਏ ਨੇ ਐਕਸਟੈਂਸ਼ਨ ਵਾਲੇ ਗ੍ਰੀਨ ਕਾਰਡ ਤੇ। ਹੁਣ ਕੀ ਕਰੀਏ, ਗ੍ਰੀਨ ਕਾਰਡ ਦਾ ਵੇਟ ਕਰੀਏ ਕਿ ਸਿਟੀਜ਼ਨਸ਼ਿਪ ਅਪਲਾਈ ਕਰ ਦਈਏ? ਸਿਟੀਜ਼ਨਸ਼ਿਪ ਅਪਲਾਈ ਕਰ ਦਿਓ, ਗ੍ਰੀਨ ਕਾਰਡ ਦਾ ਵੇਟ ਨਹੀਂ ਕਰਨਾ। ਤੁਹਾਡਾ ਟਾਈਮ ਪੂਰਾ ਹੋ ਗਿਆ 3 ਸਾਲ, ਹੁਣ ਤੁਸੀਂ ਆਪਣੀ ਸਿਟੀਜ਼ਨਸ਼ਿਪ ਅਪਲਾਈ ਕਰੋ, ਉਹ ਸਾਰਾ ਮਾਮਲਾ ਕਰੋ। ਯਾਦ ਰੱਖੋ, ਅਗਰ ਇਹ 2 ਸਾਲ ਦੇ ਦੌਰਾਨ, ਕੰਡੀਸ਼ਨਲ ਗ੍ਰੀਨ ਕਾਰਡ ਦੇ ਦੌਰਾਨ ਤੁਹਾਡੀ ਡਿਵੋਰਸ ਹੋ ਜਾਂਦੀ ਹੈ, ਤੇ ਤੁਹਾਡਾ ਸਟੇਟਸ 0 ਹੋ ਜਾਏਗਾ। ਤੁਹਾਡਾ ਕੋਈ ਸਟੇਟਸ ਨਹੀਂ। ਇਹ ਸ਼ਰਤ ਹੈ ਕਿ 2 ਸਾਲ ਦੋਵੇਂ ਇਕੱਠੇ ਰਹਿਣ, ਆਪਣੇ ਸਬੂਤ ਦੇਣ, ਬੋਨਾਫਾਈਡ ਮੈਰਿਜ ਹੈ, ਫਿਰ ਅਸੀਂ ਉਹਨੂੰ ਪਰਮਾਨੈਂਟ 10 ਸਾਲ ਦਾ ਗ੍ਰੀਨ ਕਾਰਡ ਦੇਵਾਂਗੇ। ਪਲੀਜ਼ ਚੈਨਲ ਨੂੰ ਫੋਲੋ ਕਰ ਲੈਣਾ। ਥੈਂਕ ਯੂ ਸੋ ਮਚ।